ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਹਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਲੀਗਲ ਹੈਕਸ ਕੈਨੇਡਾ। ਅੱਜ ਮੈਨੂੰ ਆਲਮੋਸਟ ਇੱਕ ਹਫ਼ਤਾ ਹੋ ਚੁੱਕਿਆ ਕੈਨੇਡਾ ਆਏ ਤੇ ਮੈਂ ਕਾਫੀ ਹਫ਼ਤੇ ਦੇ ਵਿੱਚ ਐਕਸਪੀਰੀਅੰਸ ਕਰ ਚੁੱਕਿਆ ਇੱਥੇ ਜਿਉਂਦਾ ਸੀ ਹੈ ਨਾ। ਸੋ ਕਾਫੀ ਐਕਸਪੀਰੀਅੰਸ ਲੈ ਚੁੱਕੇ ਜਿੰਨੇ ਕੁ ਵੀ ਲਏ ਆ, ਚੰਗੇ ਵੀ ਹੈ ਬੁਰੇ ਵੀ ਹੈ। ਸੋ ਅੱਜ ਦੀ ਵੀਡੀਓ ਜੋ ਮੈਂ ਬਣਾਉਣ ਲੱਗੇ, ਮੈਂ ਇਹਦੇ 'ਚ ਆਪਦਾ ਇਮੀਗ੍ਰੇਸ਼ਨ ਐਕਸਪੀਰੀਅੰਸ ਦਾ ਦੱਸੂੰਗਾ ਕਿ ਟੋਰਾਂਟੋ ਦੇ ਵਿੱਚ ਮੈਂ ਉਤਰਿਆ ਸੀਗਾ। ਦਿੱਲੀ ਤੋਂ ਟੋਰਾਂਟੋ ਮੇਰੀ ਫਲਾਈਟ ਸੀ, ਉੱਥੇ ਮੇਰੀ ਇਮੀਗ੍ਰੇਸ਼ਨ ਕਹਿ ਜੀ ਰਹੀ ਹੈ ਬੜੀ ਅਨਯੂਜੂਅਲ ਜੀ ਸੀਗੀ। ਜੇ ਮੈਂ ਬਰੂਟਲ ਓਨੈਸਟ ਦੀ ਗੱਲ ਕਰਾਂ ਤਾਂ ਬੜੀ ਅਨਯੂਜੂਅਲ, ਕਿਉਂਕਿ ਮੈਂ ਉਹਨੂੰ ਇਸ ਕਰਕੇ ਮੰਨਦਾ ਬਈ ਮੇਰੇ ਤੋਂ ਉਹ ਚੀਜ਼ਾਂ ਵੀ ਯਾਰ ਮੰਗੀਆਂ ਗਈਆਂ ਜਿਹੜੀਆਂ ਆਪਾਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਹੈ ਨਾ। ਅਤੇ ਮੇਰੇ ਨਾਲ ਹੋਇਆ ਕੀ ਸੀਗਾ ਕਿ ਮੈਂ ਆਪਦੇ ਸਾਰੇ ਡਾਕੂਮੈਂਟਸ ਹਾਰਡ ਕਾਪੀਜ਼ ਆਪਦੇ ਕੋਲ ਰੱਖੀਆਂ ਹੋਈਆਂ ਇੱਥੇ ਫਾਈਲ ਦੇ ਵਿੱਚ, ਜਿਹਦੇ ਵਿੱਚ ਮੇਰੇ PPR, ਮੇਰੀ BBL, BIL ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ, ਮੇਰੀ ਕੋਰਸਪੋਂਡੈਂਸ ਲੈਟਰ ਹੈ ਨਾ। ਜੋ ਵੀ ਮੇਰੀ ਫਾਈਲ ਰਿਲੇਟਿਡ ਡਾਕੂਮੈਂਟ ਸੀਗੇ ਉਹ ਮੈਂ ਸੰਭਾਲੇ ਹੋਏ ਸੀਗੇ ਅਤੇ ਉਹਨਾਂ ਨੂੰ ਮੈਂ ਇੱਕ ਥਾਂ ਸਟੈਪਲ ਕਰ ਲਿਆ ਸੀ। ਐਂ ਮੈਂ ਆਪਦੀ ਜਿਹੜੀ ਮੇਰੀ ਟਿਕਟ ਸੀ ਉਹ ਲੈ ਲਈ, ਆਪਦਾ ਮੈਂ ਕੋਵਿਡ ਦਾ ਟੈਸਟ ਲੈ ਲਿਆ, ਅਰਾਈਵ ਕੈਨ ਐਪ ਦਾ ਸਟੇਟਸ ਲੈ ਲਿਆ। ਸੋ ਉਹਦਾ ਇੱਕ ਅਲੱਗ ਮੈਂ ਸਟੈਪਲ ਕਰਕੇ ਰੱਖ ਲਿਆ। ਅਤੇ ਜਿਹੜਾ ਤੀਜਾ ਸੀਗਾ ਮੇਰਾ, ਜਿਵੇਂ ਕਿ ਕਾਲਜ ਦੇ ਯੂਨੀਵਰਸਿਟੀ ਦੇ ਜੋ ਵੀ ਡਾਕੂਮੈਂਟ ਸੀ, ਮੇਰੀ ਆਫਰ ਲੈਟਰ, ਮੇਰੀ ਓਰੀਐਂਟੇਸ਼ਨ ਲੈਟਰ, ਮੇਰੀ ਜਿਹੜੀ ਸੀਗੀ ਟਰੈਵਲ ਆਥੋਰਾਈਜੇਸ਼ਨ ਲੈਟਰ ਦਿੱਤੀ ਸੀ ਯੂਨੀਵਰਸਿਟੀ ਨੇ, ਉਹ ਹੋ ਗਈ। ਸੋ ਇਹ ਚੀਜ਼ਾਂ ਵੀ ਮੈਂ ਆਪਦਾ ਅਲੱਗ ਸਾਰਾ ਕੁਛ ਇੱਕ ਥਾਂ 'ਤੇ ਇਕੱਠਾ ਕਰਕੇ ਰੱਖ ਲਿਆ। ਯੂਨੀਵਰਸਿਟੀ ਦੇ ਵਿੱਚ ਹੀ ਮੈਂ ਆਪਦਾ ਉਹ ਪਤਾ ਸੀ, ਆਇਲਸ ਹੋ ਗਿਆ, ਮੈਡੀਕਲ ਹੋ ਗਿਆ ਹੈ ਨਾ। ਮੈਨੂੰ ਪਤਾ ਸੀ ਬਈ ਇਮੀਗ੍ਰੇਸ਼ਨ ਵਾਲੇ ਫਾਈਲ ਦਾ, ਜਿਹੜੀ ਆਪਣੀ ਵੀਜ਼ਾ ਫਾਈਲ ਹੁੰਦੀ ਆ, ਉਹਦਾ ਪੁੱਛਣ ਨਾ ਪੁੱਛਣ, ਕੋਲੇ ਦਾ ਕੁਛ ਨਾ ਕੁਛ ਜ਼ਰੂਰ ਪੁੱਛਦੇ ਆ। ਸੋ ਇੱਥੇ ਸਹੀ ਹੁੰਦੀ ਹੈ। ਸੋ ਕੋਲੇ ਦਾ ਕੁਛ ਨਾ ਕੁਛ ਜ਼ਰੂਰ ਪੁੱਛਦੇ ਹੁੰਦੇ ਆ। ਸੋ ਇਹ ਚੀਜ਼ਾਂ ਸਾਰੀਆਂ ਮੈਂ ਆਪਦੇ ਨਾਲ ਕੈਰੀ ਕੀਤੀਆਂ ਹੋਈਆਂ ਸੀ। ਫਲਾਈਟ ਕਾਫੀ ਲੰਬੀ ਸੀ, ਡਾਇਰੈਕਟ ਦਿੱਲੀ ਟੂ ਟੋਰਾਂਟੋ, ਟੋਰਾਂਟੋ ਤੋਂ ਅੱਗੇ ਮੌਂਕਟਨ ਜਾਣੀ ਸੀ। ਇਮੀਗ੍ਰੇਸ਼ਨ ਮੇਰੀ ਟੋਰਾਂਟੋ ਹੋਣੀ ਸੀ ਅਤੇ ਸਾਰੇ ਰਾਸਤੇ ਮੈਂ ਫੋਨ ਨਹੀਂ ਚਲਾ ਕੇ ਨਹੀਂ ਦੇਖਿਆ, ਜੋ ਮੇਰੀ ਸਭ ਤੋਂ ਵੱਡੀ ਮੈਂ ਗਲਤੀ ਮੰਨਦਾ। ਪਿਆ ਸਵਿਚ ਆਫ ਹੋ ਗਿਆ ਅਤੇ ਉਹਨੂੰ ਮੈਂ ਇੰਨਾ ਸੀਰੀਅਸਲੀ ਲਿਆ ਨਹੀਂ, ਕਿਉਂਕਿ ਮੇਰੇ ਕੋਲ ਹਾਰਡ ਕਾਪੀਜ਼ ਆਲਮੋਸਟ ਹਰੇਕ ਚੀਜ਼ ਦੀ ਹੈਗੀ ਸੀ। ਅਤੇ ਜਦੋਂ ਹੀ ਮੈਂ ਗਿਆ ਟੋਰਾਂਟੋ ਇਮੀਗ੍ਰੇਸ਼ਨ ਦੇ ਵਿੱਚ, ਉੱਥੇ ਜਿਵੇਂ ਹੈ ਨਾ ਆਪਾਂ ਟੋਰਾਂਟੋ ਏਅਰਪੋਰਟ ਜਾਂਦੇ ਹਾਂ, ਸਾਰਿਆਂ ਨਾਲੋਂ ਪਹਿਲਾਂ ਤਾਂ ਉਹ ਡੈਕਲੇਰੇਸ਼ਨ ਫੋਰਮ ਜਿਹਾ ਹੁੰਦਾ, ਉਹ ਵੀ ਉਹਨਾਂ ਨੇ ਔਨਲਾਈਨ ਕਰਤਾ। ਜਸਟ ਤੁਸੀਂ ਆਪਦਾ ਪਾਸਪੋਰਟ ਸਕੈਨ ਕਰੋ, ਆਪਸ਼ਨਸ ਆ ਜਾਣਗੇ, ਆਪਸ਼ਨਸ ਨੂੰ ਫਿਲ ਕਰੋ, ਠੀਕ ਹੈ। ਆਲਮੋਸਟ ਹਰੇਕ ਥਾਂ 'ਤੇ ਨੋ ਹੀ ਹੁੰਦਾ ਆਪਣਾ ਤਾਂ। ਅਤੇ ਹਾਂ, ਜੇ ਮੰਨ ਲਓ ਤੁਹਾਡੇ ਕੋਲ ਕੁਛ ਡਿਕਲੇਅਰ ਕਰਨ ਵਾਲੀ ਚੀਜ਼ ਹੈਗੀ ਹੈ, $10,000 ਤੋਂ ਵੱਧ ਦਾ ਤੁਹਾਡੇ ਕੋਲ ਸਮਾਨ ਹੈ, ਜਾਂ ਕੁਛ ਇਹੋ ਜਿਹੀ ਹੈ ਜੋ ਤੁਸੀਂ ਡਿਕਲੇਅਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਯੈਸ ਕਰ ਸਕਦੇ ਹੋ ਅਕੋਰਡਿੰਗ ਟੂ ਦੀ ਆਪਸ਼ਨਸ। ਅਤੇ ਉਹ ਫਿਲ ਕਰਨ ਤੋਂ ਬਾਅਦ ਤੁਹਾਨੂੰ ਇੱਕ ਉੱਥੋਂ ਰਿਸੀਟ ਨਿਕਲ ਆਉਂਦੀ ਹੈ। ਰਿਸੀਟ ਕੱਢ ਕੇ ਤੁਸੀਂ ਆਫਿਸਰ ਕੋਲ ਜਾਂਦੇ ਹੋ। ਆਫਿਸਰ ਨੇ ਜਸਟ ਇਹੀ ਪੁੱਛਿਆ, ਇਜ਼ ਇਟ ਯੂਰ ਫਸਟ ਟਾਈਮ ਇਨ ਕੈਨੇਡਾ? ਅਤੇ ਮੈਂ ਕਿਹਾ ਜੀ ਯੈਸ। ਅਤੇ ਉਹਨਾਂ ਨੇ ਕੋਈ ਹੋਰ ਕੁਛ ਨਹੀਂ ਪੁੱਛਿਆ, ਕ੍ਰੋਸ ਉੱਥੋਂ ਮੈਨੂੰ ਪਰਮਿਸ਼ਨ ਦੇ ਦਿੱਤੀ। ਯਾਰ ਏਅਰਪੋਰਟ ਕੈਨੇਡਾ ਦੀ ਜਿਹੜੀ ਟੋਰਾਂਟੋ ਵਾਲੀ ਹੈ ਬਹੁਤ ਵੱਡੀ, ਨਵਾਂ ਬੰਦਾ ਜਿਹੜਾ ਫਸਟ ਟਾਈਮ ਆਉਂਦਾ ਨਾ, ਇੱਕ ਵਾਰੀ ਤਾਂ ਬਹੁਤ ਕਨਫਿਊਜ਼ ਹੁੰਦਾ ਉਹਨੂੰ ਸਾਰੀ ਨੂੰ ਵੇਖ ਕੇ। ਸੋ ਐਨੀ ਹਾਓ ਜਾਂਦੇ ਅਸੀਂ ਪਹੁੰਚ ਗਏ ਜਿਵੇਂ ਸਮਝ ਆਉਂਦੀ ਸੀ।
ਮੇਰੀ ਕਨੈਕਸ਼ਨ ਫਲਾਈਟ ਸੀ, ਮੈਨੂੰ ਥੋੜ੍ਹੀ ਜ਼ਿਆਦਾ ਜਲਦੀ ਸੀ ਕਿਉਂਕਿ ਜਿਵੇਂ 5 ਵਜੇ ਦਾ ਟਾਈਮ ਸੀ ਪਹੁੰਚਣ ਦਾ, ਰਫਲੀ ਅੱਧਾ ਪੌਣਾ ਘੰਟਾ ਫਲਾਈਟ ਲੇਟ ਪਹੁੰਚੀ, 3 ਘੰਟੇ ਦਾ ਮੇਰਾ ਲੇ ਸੀ। ਉਦੋਂ ਬਾਅਦ ਮੇਰੀ ਮੰਕਟਨ ਦੀ ਫਲਾਈਟ ਸੀ। ਸੋ ਇਸ ਗੱਲ ਕਰਕੇ ਥੋੜ੍ਹੀ ਜ਼ਿਆਦਾ ਕਾਹਲੀ ਸੀ। ਅਤੇ ਜਦੋਂ ਇਮੀਗ੍ਰੇਸ਼ਨ 'ਤੇ ਪਹੁੰਚਿਆ ਯਾਰ, ਉੱਥੇ ਨਾ ਇੰਸਟਰਕਸ਼ਨਸ ਦੇਣ ਵਾਲਾ ਕੋਈ ਨਹੀਂ ਹੈਗਾ ਸੀ ਬਈ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਕੁਛ ਨਹੀਂ ਪਤਾ ਸੀ। ਅਤੇ ਲਾਈਨ ਆਲਮੋਸਟ ਖਾਲੀ ਸੀ, ਕਾਊਂਟਰ ਵਿਹਲੇ ਪਏ ਸੀ, ਅਸੀਂ 2-3 ਜਾਣੇ ਸੀ। ਸੋ ਆਪਦੀ ਸਮਝ ਮੁਤਾਬਕ ਜਾ ਵੜੇ। ਅਤੇ ਬਟ ਜਦੋਂ ਆਫਿਸਰ ਕੋਲ ਮੈਂ ਗਿਆ, ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੋਂ LOA ਮੰਗੀ, ਵਿਚ ਵਾਜ਼ ਪਰਫੈਕਟਲੀ ਫਾਈਨ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਫਸਟ ਕਲਾਸ ਕਦੋਂ ਹੈ। ਸੋ ਮੈਂ ਉਹਨਾਂ ਨੂੰ ਦੱਸਤਾ ਕਿ ਜੀ ਮੇਰੀ ਫਸਟ ਕਲਾਸ 2 ਸੈਪਟੰਬਰ ਨੂੰ। ਉੱਥੇ ਬਸ ਪੰਗਾ ਪੈ ਗਿਆ। ਪੰਗਾ ਐਂ ਪੈ ਗਿਆ ਕਿਉਂਕਿ ਜਿਹੜੀ ਮੇਰੀ ਐਜ਼ ਪਰ LOA ਸੀਗੀ, ਆਫਰ ਲੈਟਰ ਸੀ, ਮੇਰੀ ਫਸਟ ਕਲਾਸ 12th ਨੂੰ ਲਿਖੀ ਹੋਈ ਸੀ, 12 ਸੈਪਟੰਬਰ। ਬਟ ਸਾਡਾ ਰੀਸ਼ਡਿਊਲ ਹੋ ਗਿਆ ਸੀ। ਐਕਚੁਅਲ ਦੇ ਵਿੱਚ 2 ਸੈਪਟੰਬਰ ਹੀ ਸੀ ਜੋ ਮੈਂ ਦੱਸੀ ਸੀ ਉਹਨਾਂ ਨੂੰ। ਅਤੇ ਉਹ ਮੈਨੂੰ ਕਹਿੰਦੇ ਪਰ ਐਜ਼ ਪਰ ਯੂਅਰ LOA ਇਹਦਾ 12 ਸੈਪਟੰਬਰ ਹੈ। ਮੈਂ ਕਿਹਾ ਜੀ ਤੁਸੀਂ ਅੱਗੇ ਡਾਕੂਮੈਂਟਸ ਦੇਖ ਸਕਦੇ ਹੋ, ਕਲਾਸ ਰੀਸ਼ਡਿਊਲ ਹੋ ਗਈ ਅਤੇ ਹੁਣ ਮੇਰੀ 2 ਨੂੰ ਹੈ। ਚਲੋ, ਦੂਜੀ ਗਲਤੀ ਮੇਰੀ ਇਹ ਹੋਈ ਸੀ, ਠੀਕ ਹੈ ਜੀ, ਕਿਉਂਕਿ ਉਹਨਾਂ ਨੇ ਇਕੱਲੀ LOA ਮੰਗੀ ਸੀ। ਮੈਂ ਸਾਰੇ ਮਤਲਬ ਫਾਈਲ ਹੀ ਫੜਾਤੀ ਸੀ ਉਹਨਾਂ ਨੂੰ, ਜਿੰਨੇ ਮੇਰੇ ਡਾਕੂਮੈਂਟ ਸੀ, ਕਿਉਂਕਿ ਸਟੈਪਲ ਮੈਨੂੰ ਥੋੜ੍ਹਾ ਉਖਾੜਨਾ ਕੁਛ ਹੈ ਨਾ, ਇੰਨਾ ਆਪਾਂ ਨਰਵਸ ਹੁੰਦੇ ਉਹਨਾਂ ਟਾਈਮਾਂ ਦੇ ਵਿੱਚ, ਧਿਆਨ ਨਹੀਂ ਰਿਹਾ, ਉਖਾੜਨ ਦਾ ਕੋਈ ਤਰੀਕਾ ਵੀ ਇਹ ਨਹੀਂ ਸੀ। ਅਤੇ ਉਵੇਂ ਫੜਾਤਾ ਉਹਨਾਂ ਨੂੰ, ਦਿਖਾਤੇ ਸਾਰੇ ਡਾਕੂਮੈਂਟਸ, ਆਪਦੀ ਓਰੀਐਂਟੇਸ਼ਨ ਲੈਟਰ, ਆਪਦੀ ਟਰੈਵਲ ਆਥੋਰਾਈਜੇਸ਼ਨ ਲੈਟਰ, ਅਤੇ ਨਾਲ ਹੀ ਕਲਾਸ ਸ਼ਡਿਊਲ ਵੀ ਦਿਖਾਤਾ। ਅਤੇ ਉੱਥੇ ਤਾਂ ਇੱਕ ਵਾਰੀ ਆਫਿਸਰ ਹੈ ਨਾ ਚੁੱਪ ਹੋ ਗਏ, ਕਿਉਂਕਿ ਕੋਈ ਪੁਆਇੰਟ ਹੀ ਨਹੀਂ ਸੀ ਡਿਸਕਸ ਕਰਨ ਨੂੰ ਉਹਨਾਂ ਕੋਲ। ਫਿਰ ਉਹਨਾਂ ਨੇ ਕੀ ਕੀਤਾ, ਆਲ ਆਫ ਦਾ ਸਡਨ, ਮੈਨੂੰ ਨਹੀਂ ਪਤਾ ਵਾਟ ਵੈਂਟ ਰੋਂਗ, ਉਹਨਾਂ ਨੇ ਸਾਰੇ ਡਾਕੂਮੈਂਟ ਆਪਦੇ ਕੋਲ ਰੱਖ ਲਏ ਸਾਈਡ 'ਤੇ। ਮੈਨੂੰ ਕਹਿੰਦੇ ਜੀ ਸਟੂਡੈਂਟ ਪੋਰਟਲ ਲੌਗਇਨ ਕਰਕੇ ਦਿਖਾਓ। ਅਤੇ ਸਟੂਡੈਂਟ ਪੋਰਟਲ ਲੌਗਇਨ ਕਰਨਾ ਮਤਲਬ ਇੱਕ ਤਾਂ ਹੁੰਦਾ ਨਾ ਬਈ ਆਪਾਂ ਨੂੰ ਚੀਜ਼ ਦਾ ਪਤਾ ਹੁੰਦਾ, ਆਪਾਂ ਮੈਂਟਲੀ ਪ੍ਰੀਪੇਅਰ ਹੁੰਦੇ ਹਾਂ ਅਤੇ ਆਪਾਂ ਕਰ ਲੈਂਦੇ ਹਾਂ, ਹੈ ਨਾ। ਇਹ ਬਿਲਕੁਲ ਨਵਾਂ ਐਕਸਪੀਰੀਅੰਸ ਸੀ ਮੇਰੇ ਲਈ, ਅਤੇ ਸ਼ਾਇਦ ਮੇਰੇ ਮਤਲਬ ਬੈਚ ਵਿੱਚ ਮੈਂ ਹੀ ਇਕੱਲਾ ਜਿਹਨੂੰ ਸ਼ਾਇਦ ਇਹ ਚੀਜ਼ ਪੁੱਛੀ ਗਈ ਹੈ। ਅਤੇ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਮੇਰਾ ਮੋਬਾਈਲ ਸਵਿਚ ਆਫ, ਕੈਨੇਡਾ ਦਾ ਸਿਮ ਮੇਰੇ ਕੋਲ ਹੈ ਨਹੀਂ, ਕੋਈ ਇੰਟਰਨੈਟ ਅਸੈਸ ਕਿਸੇ ਤਰ੍ਹਾਂ ਦਾ ਕੁਛ ਨਹੀਂ ਹੈਗਾ ਸੀ। ਉਹਨਾਂ ਨੇ ਕਲੀਅਰ ਕੱਟ ਇੱਕ ਕੰਡੀਸ਼ਨ ਰੱਖਤੀ ਕਿ ਜੀ ਸਟੂਡੈਂਟ ਪੋਰਟਲ ਲੌਗਇਨ ਕਰਕੇ ਦਿਖਾਓ ਯੂਨੀਵਰਸਿਟੀ ਦਾ। ਅਤੇ ਉੱਥੇ ਮੇਰੇ ਲਿਟਰਲੀ ਮਤਲਬ ਐਂ ਸੀਗਾ ਬਈ ਇਹ ਕੀ ਹੋ ਗਿਆ, ਹੈ ਨਾ, ਸਮਝ ਨਹੀਂ ਆ ਰਿਹਾ ਸੀ ਬਈ ਠੀਕ ਹੈ ਕੰਡੀਸ਼ਨ ਦੇਤੀ, ਬਟ ਇਹਨੂੰ ਫੁੱਲਫਿਲ ਕਿਵੇਂ ਕਰਾਂ, ਕਿਸ ਤਰ੍ਹਾਂ ਨਾਲ ਉਹਨੂੰ ਲੌਗਇਨ ਕਰਕੇ ਦਿਖਾਵਾਂ, ਕਿਉਂਕਿ ਵਿਦਾਊਟ ਇੰਟਰਨੈਟ ਇਟ ਇਜ਼ ਇੰਪੋਸੀਬਲ, ਹੈ ਨਾ। ਅਤੇ ਆਫਿਸਰ ਨੂੰ ਮੈਂ ਕਿਹਾ ਕਿ ਆਈ ਡੋਂਟ ਹੈਵ ਐਨੀ ਇੰਟਰਨੈਟ ਅਸੈਸ, ਮਾਈ ਫੋਨ ਇਜ਼ ਸਵਿਚਡ ਆਫ। ਅਤੇ ਕਹਿੰਦੀ ਆਈ ਡੋਂਟ ਨੋ ਐਨੀਥਿੰਗ, ਜਸਟ ਲੌਗਇਨ, ਓਨਲੀ ਦੈਨ ਆਈ ਵਿਲ ਮੇਕ ਐਨੀ ਡਿਸੀਜ਼ਨ। ਮੈਂ ਕਿਹਾ ਯਾਰ ਮਤਲਬ ਬਹੁਤ ਕਸੂਤਾ ਯਾਰ, ਬਹੁਤ ਕਸੂਤਾ ਉੱਥੇ ਕੰਡੀਸ਼ਨ ਹੋ ਗਈ ਸੀ ਮੇਰੀ। ਅਤੇ ਫਿਰ ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਇੱਥੇ ਕਰ ਸਕਦਾ ਲੌਗਇਨ ਟਰਾਈ, ਜਾਂ ਕੋਈ ਵੇਟਿੰਗ ਏਰੀਆ ਦੇ ਵਿੱਚ ਬਹਿਣਾ ਹੋਊਗਾ। ਉੱਥੇ ਪਤਾ ਨਹੀਂ ਕਮਿਊਨੀਕੇਸ਼ਨ
ਗਲਤ ਹੋ ਗਈ ਸਾਡੀ ਜਾਂ ਕੋਈ ਮਿਸਅੰਡਰਸਟੈਂਡਿੰਗ ਹੋ ਗਈ ਹੈ ਕਿ ਆਫਿਸਰ ਹੋਰ ਗੁੱਸੇ ਹੋ ਗਏ ਕਿ ਉਹ ਕਹਿੰਦੇ ਕਿ ਜਦੋਂ ਤੁਹਾਨੂੰ ਇੱਕ ਵਾਰੀ ਕਿਹਾ ਤਾਂ ਕੋਈ ਲੌਗਇਨ ਕਰਕੇ ਦਿਖਾਓ, ਜਿਵੇਂ ਮਰਜ਼ੀ ਕਰੋ, ਤੁਹਾਨੂੰ ਇੰਗਲਿਸ਼ ਸਮਝ ਨਹੀਂ ਆਉਂਦੀ, ਇਹ ਉਹ ਕਾਫੀ ਕੁਛ, ਮਤਲਬ ਸਾਰਾ ਮੈਸਅਪ ਹੋ ਗਿਆ ਸੀ ਕੰਮ। ਅਤੇ ਮੈਂ ਗਿਆ ਵੇਟਿੰਗ ਏਰੀਆ ਦੇ ਵਿੱਚ, ਉੱਥੇ ਕਨੈਕਟ ਕਰਨ ਦੀ ਟਰਾਈ ਕਰਾਂ ਬਟ ਕੁਛ ਹੋ ਹੀ ਨਹੀਂ ਰਿਹਾ ਸੀ, ਵਾਈਫਾਈ ਕੋਈ ਵੀ ਨਹੀਂ, ਸਾਰਿਆਂ 'ਤੇ ਪਾਸਵਰਡ ਮੰਗੀ ਜਾਂਦੇ ਸੀ। ਅਤੇ ਉਹੋ ਜਿਹੀ ਸਿਚੁਏਸ਼ਨ ਇਹੋ ਜਿਹੀ ਸੀ, ਮੈਂ ਕਿਹਾ ਯਾਰ ਵੇਟਿੰਗ ਏਰੀਆ ਦੇ ਪਿੱਛੇ ਮਤਲਬ ਇੰਨਾ ਗੁੱਸਾ ਹੋ ਗਏ, ਜੇ ਮੈਂ ਆਖੂੰਗਾ ਕਿ ਯਾਰ ਵਾਈਫਾਈ ਨਹੀਂ ਚੱਲ ਰਿਹਾ ਤਾਂ ਪਤਾ ਨਹੀਂ ਕੀ ਅੱਗੋਂ, ਹੈ ਨਾ, ਬਈ ਕਿਤੇ ਵਾਪਸ ਇੰਡੀਆ ਨਾ ਭੇਜ ਦੇਣ। ਅਤੇ ਇਹ ਸਾਰਾ ਕੁਛ ਐਕਚੁਅਲੀ ਮੈਂ ਟਰਾਈ ਕਰੀ ਜਾਂਦਾ ਸੀ ਆਪਦੇ ਫ਼ੋਨ 'ਤੇ, ਉਹਨੂੰ ਮੈਂ ਪਾਵਰ ਬੈਂਕ ਨਾਲ ਕਨੈਕਟ ਕਰਕੇ। ਉਸ ਚੀਜ਼ ਨੂੰ ਵੀ ਟਾਈਮ ਲੱਗਦਾ, ਹੈ ਨਾ, ਜਿਵੇਂ ਇੱਕੋ ਦਮ ਤਾਂ ਉਹ ਪਾਵਰ ਬੈਂਕ ਵੀ ਨਹੀਂ ਫ਼ੋਨ ਚਾਰਜ ਕਰਦਾ। ਚਲੋ ਟਰਾਈ ਕਰਦਾ ਰਿਹਾ, 5 ਮਿੰਟ ਉੱਥੇ ਵੇਟ ਕੀਤੀ, ਨਹੀਂ ਗੱਲ ਬਣੀ। ਫਿਰ ਮੈਂ ਉਹਦਾ ਲੈਪਟਾਪ ਕੱਢਿਆ, ਲੈਪਟਾਪ 'ਤੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਦੀ 30-40% ਬੈਟਰੀ ਪਈ ਸੀ। ਸੋ ਫਾਈਨਲੀ ਕਰਾ ਕੇ ਇੱਕ ਮੈਨੂੰ ਨੈਟਵਰਕ ਮਿਲਿਆ ਉੱਥੇ, ਉਹਨੂੰ ਮੈਂ ਕਨੈਕਟ ਕੀਤਾ ਅਤੇ ਲੱਕੀਲੀ ਮੇਰੇ ਕੋਲ ਪੋਰਟਲ ਓਪਨ ਹੀ ਸੀ ਅਤੇ ਮੈਂ ਦੋਵੇਂ ਓਪਨ ਕਰਕੇ ਲੈ ਗਿਆ, ਮਤਲਬ ਯੂਨੀਵਰਸਿਟੀ ਦੀ ਵੈਬਸਾਈਟ ਵੀ, ਕਿਉਂਕਿ ਪੋਰਟਲ ਤੋਂ ਮੈਂ ਕਨਫਿਊਜ਼ ਸੀ ਐਕਚੁਅਲੀ ਕਿ ਇਹ ਪੋਰਟਲ ਕਈ ਕਿੰਨੋਂ ਹੀ ਆਉਂਦੇ ਆ, ਹੈ ਨਾ। ਇੱਕ ਤਾਂ ਹੁੰਦਾ ਜਿਵੇਂ ਆਪਾਂ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਆਪਦਾ ਲੌਗਇਨ, ਆਪਦਾ ਇੱਕ ਅਕਾਊਂਟ ਬਣਾ ਲੈਂਦੇ ਹਾਂ ਉਹਦੀ ਮਰਜ਼ੀ ਨਾਲ, ਅਤੇ ਉਹਦਾ ਆਪਾਂ ਲੌਗਇਨ ਕਰ ਲੈਂਦੇ ਹਾਂ। ਦੂਸਰਾ ਹੁੰਦਾ ਕਿ ਆਪਾਂ ਯੂਨੀਵਰਸਿਟੀ ਦੇ ਵੱਲੋਂ ਪ੍ਰੋਵਾਈਡਡ ਈਮੇਲ ਆਈ ਡੀ ਨੂੰ ਅਸੈਸ ਕਰਦੇ ਹਾਂ। ਸੋ ਮੈਂ ਕਨਫਿਊਜ਼ਡ ਸੀ ਉਹਨੂੰ ਲੈ ਕੇ ਕਿ ਐਕਚੁਅਲ ਦੇ ਵਿੱਚ ਇਹ ਮੰਗ ਕੀ ਰਹੇ ਹੈ ਮੇਰੇ ਤੋਂ, ਹੈ ਨਾ। ਸੋ ਤਾਂ ਕਰਕੇ ਮੈਂ ਦੋਵੇਂ ਚੀਜ਼ਾਂ ਓਪਨ ਕਰਕੇ ਲੈ ਗਿਆ। ਜਦ ਮੈਂ ਤੀਜੀ ਗਲਤੀ ਇੱਥੇ ਇਹ ਹੋ ਗਈ ਕਿ ਵਿੰਡੋ ਮੈਂ ਈਮੇਲ ਵਾਲੀ ਖੋਲ੍ਹ ਬੈਠਾ, ਜਦ ਕਿ ਮੈਨੂੰ ਯੂਨੀਵਰਸਿਟੀ ਵਾਲੀ ਖੋਲ੍ਹਣੀ ਚਾਹੀਦੀ ਸੀ। ਚਲੋ ਉਹਨਾਂ ਨੇ ਜਦੋਂ ਵਿੰਡੋ ਦੇਖੀ ਉਹ ਫਿਰ ਹੋਰ ਗੁੱਸਾ ਹੋ ਗਏ, ਮੈਨੂੰ ਕਹਿੰਦੇ ਕਿ ਮਤਲਬ ਅਸੀਂ ਐਮ ਨੋਟ ਆਸਕਿੰਗ ਫॉर योर यूनिवर्सिटीज़ ईमेल है, यूनिवर्सिटीज़ ईमेल, वी वांट योर यूनिवर्सिटीज़ स्टूडेंट लॉगिन। ਤੇ ਉਹਨਾਂ ਨੂੰ ਇੱਥੇ ਥੋੜ੍ਹਾ ਇਹ ਹੋ ਗਿਆ ਕਿ ਹੀ ਇਜ਼ ਨੋਟ ਗੁੱਡ ਐਟ ਇੰਗਲਿਸ਼, ਠੀਕ ਹੈ। ਸੋ ਮੈਨੂੰ ਤਾਂ ਬਸ ਇਹ ਸੀ ਯਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਕੈਨੇਡਾ ਇੰਟਰ ਦਾ ਮੌਕਾ ਤਾਂ ਮਿਲੇ ਕਿਉਂਕਿ ਸਾਰੇ ਡਾਕੂਮੈਂਟ ਹੁੰਦੇ ਹੋਏ ਵੀ ਕਿਸੇ ਵੀ ਮਿਸਅੰਡਰਸਟੈਂਡਿੰਗ ਕਰਕੇ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਸੀ, ਜਦ ਕਿ ਮੈਂ ਆਪਦੀ ਥਾਂ 'ਤੇ ਬਿਲਕੁਲ ਸੱਚਾ ਸੀ, ਹੈ ਨਾ। ਬਟ ਯਾਰ ਇੱਥੇ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ, ਤੁਸੀਂ ਕਿੰਨੇ ਸੱਚੇ ਹੋ, ਤੁਹਾਨੂੰ ਕਿੰਨੀ ਨੌਲੇਜ ਹੈ। ਕਿਉਂਕਿ ਜਦੋਂ ਤੁਸੀਂ ਇੱਕ ਬਾਰਡਰ ਅਫਸਰ ਦੇ ਸਾਹਮਣੇ ਖੜ੍ਹੇ ਹੋ ਨਾ, ਤੁਹਾਡਾ ਵੀਜ਼ਾ ਜਸਟ ਇੱਕ ਸਟਿੱਕਰ ਆ ਉਹਨਾਂ ਲਈ, ਠੀਕ ਹੈ। ਉਹਨੇ ਐਕਚੁਅਲ ਦੇ ਵਿੱਚ ਐਂਟਰੀ ਦੇਣੀ ਹੈ ਕਿ ਨਹੀਂ ਦੇਣੀ, ਇਹ ਆਫਿਸਰ 'ਤੇ ਡਿਪੈਂਡ ਕਰਦਾ। ਸੋ ਬਹੁਤ ਬੁਰੀ ਹਾਲਤ ਹੋ ਗਈ ਸੀ ਉੱਥੇ ਮੇਰੀ। ਸੋ ਕਰਾ ਕੇ ਜਦੋਂ ਮੈਂ ਉਹਨਾਂ ਨੂੰ ਆਪਦਾ ਲੌਗਇਨ ਕਰਕੇ ਦਿਖਾਇਆ, ਉਹਨਾਂ ਨੇ ਸਾਰੀ ਸਕਰੋਲ ਕਰਕੇ ਸਾਰੀ ਸਕਰੀਨ ਦੇਖੀ ਯੂਨੀਵਰਸਿਟੀ ਦੀ ਵੈਬਸਾਈਟ ਦੀ। ਸੋ ਫਾਈਨਲੀ ਉਹਨਾਂ ਨੇ ਮੈਨੂੰ ਅਲਾਓ ਕਰਤਾ, ਸਟੂਡੈਂਟ ਪਰਮਿਟ ਦਿੱਤਾ, ਬਟ ਕੰਡੀਸ਼ਨਸ ਦੇ ਨਾਲ। ਜਿਵੇਂ ਮੇਰਾ ਪ੍ਰੋਗਰਾਮ 2 ਸਾਲ ਦਾ ਹੈ, ਸੋ ਘੱਟ ਚਿਰ ਦਾ ਮੈਨੂੰ ਸਟੱਡੀ ਪਰਮਿਟ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਿਆ ਕਿ ਮੈਂ ਇੰਗਲਿਸ਼ 'ਚ ਵਧੀਆ ਨਹੀਂ ਹੈਗਾ, ਆਈ ਡੋਂਟ ਨੋ ਵਟ ਗਰਾਊਂਡਸ। ਅਤੇ ਨਾਲ ਮੇਰੇ ਮੈਡੀਕਲ 'ਤੇ ਵੀ ਉਹਨਾਂ ਨੇ ਕੰਡੀਸ਼ਨ ਲਾਤੀ ਕਿ ਜੇ ਪਰਮਿਟ ਐਕਸਟੈਂਡ ਕਰਨਾ ਹੈ ਤਾਂ ਤੁਸੀਂ ਮੈਡੀਕਲ ਵੀ ਦੁਬਾਰਾ ਤੋਂ ਕਰੋ, ਜਦ ਕਿ ਮੇਰੇ ਕੋਲ ਹੈਗਾ ਸੀ। ਮੈਂ ਰਿਕੁਐਸਟ ਵੀ ਕੀਤੀ ਆਫਿਸਰ ਨੂੰ ਕਿ ਮੈਮ ਆਈ ਐਮ ਹੈਵਿੰਗ ਮਾਈ ਮੈਡੀਕਲ ਵਿਦ ਮੀ। ਕਹਿੰਦੀ ਡੋਂਟ ਆਰਗਿਊ ਵਿਦ ਮੀ,
ਅਦਰਵਾਈਜ਼ ਇਟ ਵਿਲ ਗੋ ਅਗੇਂਸਟ ਯੂ। ਚਲੋ ਉੱਥੇ ਵੀ ਚੁੱਪ ਕਰਾਤਾ ਉਹਨਾਂ ਨੇ। ਯਾਰ ਚੁੱਪ ਕਰਨ 'ਚ ਹੀ ਫਾਇਦਾ ਹੁੰਦਾ ਹੈ ਨਾ ਬਈ। ਇੱਕ ਵਾਰੀ ਜਦੋਂ ਆਪਾਂ ਐਕਚੁਅਲ ਦੇ ਵਿੱਚ ਲੈਂਡ ਕਰ ਗਏ, ਇੱਥੇ ਆਪਾਂ ਕੈਨੇਡਾ ਐਂਟਰ ਕਰ ਗਏ, ਸੋ ਇਹ ਸਾਰੀਆਂ ਚੀਜ਼ਾਂ ਦਾ ਸਲਿਊਸ਼ਨ ਨਿਕਲਿਆ ਆਉਂਦਾ। ਐਡੀ ਉਹ ਗੱਲ ਨਹੀਂ ਹੁੰਦੀ ਕਿ ਮਤਲਬ ਪ੍ਰੋਬਲਮ ਦਾ ਕੋਈ ਸਲਿਊਸ਼ਨ ਹੀ ਨਹੀਂ ਹੈ। ਇਟ ਇਜ਼ ਜਸਟ ਕਿ ਆਪਾਂ ਨੂੰ ਮੌਕੇ ਨੂੰ ਸੰਭਾਲਣਾ ਹੁੰਦਾ। ਜੋ ਵੀ ਮਿਸਅੰਡਰਸਟੈਂਡਿੰਗ ਉਹਨਾਂ ਨੂੰ ਯੂਨੀਵਰਸਿਟੀ ਨੂੰ ਲੈ ਕੇ, ਮੇਰੀ ਇੰਗਲਿਸ਼ ਨੂੰ ਲੈ ਕੇ, ਸੋ ਹੋਪਫੁਲੀ ਸਭ ਦੂਰ ਹੋ ਜੂਗੀ ਜਦ ਮੇਰਾ ਕਲਾਸਾਂ ਮੈਂ ਲਾ ਲਈਆਂ, ਇੱਕ ਸੈਮ ਕੰਪਲੀਟ ਹੋ ਗਿਆ ਹੈ ਨਾ। ਦੁਬਾਰਾ ਤੋਂ ਮੈਂ ਰੀਅਪਲਾਈ ਕਰ ਦੂੰਗਾ ਸਟੱਡੀ ਪਰਮਿਟ ਐਕਸਟੈਂਸ਼ਨ ਦੇ ਲਈ। ਸੋ ਸਭ ਸੋਰਟ ਹੋ ਜਾਂਦਾ। ਹੁਣ ਇਹ ਡਿਟੇਲਡ ਵੀਡੀਓ ਬਣਾਉਣ ਦਾ ਮੇਰਾ ਪਰਪਸ ਕੀ ਹੈ ਕਿ ਯਾਰ ਜ਼ਿਆਦਾਤਰ ਸਟੂਡੈਂਟਸ ਇਹ ਕਹਿੰਦੇ ਆ ਕਿ ਬਹੁਤ ਸਮੂਥ ਪ੍ਰੋਸੈਸ ਹੁੰਦਾ ਹੋਊਗਾ ਯਾਰ, ਨੋ ਡਾਊਟ ਹੈ ਨਾ। ਲਾਈਕ ਜਿਹੜੇ ਲੋਕ ਮੇਰੇ ਪਿੱਛੇ ਸੀ ਸਟੂਡੈਂਟਸ, ਸੇਮ ਆਫਿਸਰ ਨਾਲ ਉਹਨਾਂ ਦਾ ਬਹੁਤ ਸਮੂਥ ਪ੍ਰੋਸੈਸ ਰਿਹਾ। ਸੋ ਕੋਈ ਵੱਡੀ ਗੱਲ ਨਹੀਂ, ਬਟ ਆਪਾਂ ਕਿਸੇ ਵੀ ਚੀਜ਼ ਨੂੰ ਫੋਰ ਸ਼ੋਰ ਨਹੀਂ ਲੈ ਸਕਦੇ ਬਈ ਜੇ ਸਾਰਿਆਂ ਨਾਲ ਚੰਗਾ ਹੋਇਆ ਮੇਰੇ ਨਾਲ ਵੀ ਚੰਗਾ ਹੋਊ, ਜਾਂ ਜੇ ਸਾਰਿਆਂ ਨਾਲ ਮਾੜਾ ਹੋ ਰਿਹਾ ਤਾਂ ਮੇਰੇ ਨਾਲ ਵੀ ਮਾੜਾ ਹੋਊ। ਸੋ ਇਹ ਚੀਜ਼ਾਂ ਬੜੀਆਂ ਅਨਪ੍ਰੈਡਿਕਟੇਬਲ ਜਿਹੀਆਂ ਹੁੰਦੀਆਂ। ਅਤੇ ਸਭ ਤੋਂ ਵੱਡੀ ਚੀਜ਼ ਮੈਂ ਬਿਲੀਵ ਕਰਦਾ ਬਈ ਇਹ ਆਪਣੇ ਲੱਕ 'ਤੇ ਡਿਪੈਂਡ ਕਰਦੀ ਹੈ। ਜੇ ਤਾਂ ਤੁਸੀਂ ਲੱਕੀ ਹੋ ਤਾਂ ਯਾਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿੰਨਾ ਸਮੂਥ ਪ੍ਰੋਸੈਸ ਹੋ ਗਿਆ। ਜੇ ਤੁਹਾਡਾ ਦਿਨ ਮਾੜਾ ਹੈ ਤਾਂ ਜਿਵੇਂ ਮਤਲਬ ਯੂ ਵਿਲ ਨੈਵਰ ਕਮ ਟੂ ਨੋ ਕਿ ਕੀ ਬਣ ਗਿਆ ਅਤੇ ਕਿਵੇਂ ਬਣ ਗਿਆ ਹੈ ਨਾ। ਸੋ ਬੀ ਪ੍ਰੀਪੇਅਰਡ ਜੋ ਵੀ ਆ ਰਿਹਾ, ਚਾਹੇ ਤੁਹਾਡਾ ਵੈਨਕੂਵਰ ਇਮੀਗ੍ਰੇਸ਼ਨ ਹੈ, ਚਾਹੇ ਤੁਹਾਡਾ ਮੌਂਟਰੀਅਲ ਦੇ ਵਿੱਚ ਹੈ, ਚਾਹੇ ਟੋਰਾਂਟੋ ਦੇ ਵਿੱਚ ਹੈ, ਇਟ ਡਜ਼ਨਟ ਮੈਟਰ। ਅਤੇ ਜਿਹੜੇ ਡਾਕੂਮੈਂਟਸ ਦੀ ਜਿਹੜੀ ਜ਼ਿਆਦਾਤਰ ਲੋਕ ਗੱਲ ਕਰਦੇ ਹੈ ਕਿ ਕੀ ਡਾਕੂਮੈਂਟ ਲੈ ਕੇ ਜਾਈਏ, ਕੀ ਨਾਂ ਲੈ ਕੇ ਜਾਈਏ, ਯਾਰ ਇਹੋ ਜਿਹਾ ਕੁਛ ਨਹੀਂ ਹੈਗਾ। ਕੋਈ ਸਪੈਸੀਫਿਕ ਉਹਨਾਂ ਦੀ ਲਿਸਟ ਨਹੀਂ ਕੀ ਲੈ ਜਾਣਾ ਕੀ ਨਹੀਂ ਲੈ ਕੇ ਜਾਣਾ। ਇਹ ਸਾਰਾ ਉਹਨਾਂ ਦੇ ਮੂਡ 'ਤੇ ਡਿਪੈਂਡ ਕਰਦਾ ਅਤੇ ਤੁਹਾਡੇ ਲੱਕ 'ਤੇ ਡਿਪੈਂਡ ਕਰਦਾ। ਹੁਣ ਮੈਨੂੰ ਫਾਈਲ ਦੇ ਨਾਂ 'ਤੇ ਕੁਛ ਵੀ ਨਹੀਂ ਪੁੱਛਿਆ ਗਿਆ, ਅਤੇ ਜਿੰਨੀ ਵੀ ਸਾਡੀ ਡਿਸਕਸ਼ਨ ਹੋਈ ਜਾਂ ਜੋ ਕੁਛ ਵੀ ਹੋਇਆ ਮੇਰੇ ਨਾਲ, ਸਾਰਾ ਯੂਨੀਵਰਸਿਟੀ ਡਾਕੂਮੈਂਟਸ ਨੂੰ ਲੈ ਕੇ ਹੋਇਆ ਸੀ। ਉਹਨਾਂ ਨੇ 1% ਵੀ ਮੇਰੀ ਵੀਜ਼ਾ ਫਾਈਲ ਦਾ ਕੋਈ ਡਾਕੂਮੈਂਟ ਨਹੀਂ ਮੰਗਿਆ, ਠੀਕ ਹੈ, ਕਿਉਂਕਿ ਉਹਨਾਂ ਕੋਲ ਪਾਸਪੋਰਟ ਹੁੰਦਾ ਅਤੇ ਉਹ ਈਜ਼ੀਲੀ ਚੈੱਕ ਕਰ ਲੈਂਦੇ ਆ, ਠੀਕ ਹੈ। ਬਟ ਇਸ ਚੀਜ਼ ਨੂੰ ਵੀ ਫੋਰ ਗਰਾਂਟਿਡ ਕਦੇ ਨਾ ਲਓ ਕਿ ਜੇ ਉਹਦੇ ਤੋਂ ਨਹੀਂ ਪੁੱਛਿਆ ਮੇਰੇ ਤੋਂ ਨਹੀਂ ਪੁੱਛਿਆ ਜਾਊ। ਬਸ ਬਾਬੇ ਦਾ ਨਾਂ ਲੈ ਕੇ ਆਓ ਅਤੇ ਜਸਟ ਫੇਸ ਦੀ ਇਮੀਗ੍ਰੇਸ਼ਨ ਆਫਿਸਰ ਜਾਂ ਬੋਰਡਰ ਆਫਿਸਰ ਜੋ ਵੀ ਹੁੰਦੇ ਆ ਉਹ ਹੈ ਨਾ, ਉਹਨਾਂ ਨੂੰ ਫੇਸ ਕਰੋ। ਜਿਹੜੇ ਲੋਕ ਕਹਿੰਦੇ ਨਾ ਕੌਨਫੀਡੈਂਟ ਯਾਰ, ਜਦੋਂ ਬੰਦੇ 'ਤੇ ਪੈਂਦੀ ਹੈ ਨਾ ਕੌਨਫੀਡੈਂਟ ਦੇ ਨਾਂ 'ਤੇ ਜਿੰਨਾ ਕੁ ਮਰਜ਼ੀ ਤੁਹਾਡੇ 'ਚ ਅੰਦਰ ਭਰਿਆ ਹੋਵੇ, ਠੀਕ ਹੈ, ਬਟ ਜਿਹੜੀ ਤੁਸੀਂ ਜੋ ਤੁਹਾਡੀ ਸਿਚੁਏਸ਼ਨ ਹੁੰਦੀ ਹੈ ਨਾ ਜਿਹਦੇ 'ਚ ਤੁਹਾਡਾ ਇੱਕ ਰੱਤੀ ਭਰ ਵੀ ਕੰਟਰੋਲ ਨਹੀਂ ਹੈਗਾ, ਅਤੇ ਤੁਸੀਂ ਬਿਲਕੁਲ ਬੋਰਡਰ 'ਤੇ ਹੋ ਕਿ ਤੁਹਾਡੇ ਨਾਲ ਨੈਕਸਟ ਮੂਮੈਂਟ ਕੀ ਹੋ ਜੇ, ਤੁਹਾਨੂੰ 1% ਵੀ ਆਈਡੀਆ ਨਹੀਂ ਹੈਗਾ। ਯਾਰ ਕੌਨਫੀਡੈਂਸ ਕਹਿਣ ਦੀਆਂ ਗੱਲਾਂ ਹੁੰਦੀਆਂ। ਇਮੀਗ੍ਰੇਸ਼ਨ ਦੇ ਨਾਲ ਮੈਂ 2012 ਤੋਂ ਜੁੜਿਆ ਹੋਇਆ, ਠੀਕ ਹੈ, ਬਟ ਜਿਹੋ ਜਿਹਾ ਮੇਰਾ ਐਕਸਪੀਰੀਅੰਸ ਰਿਹਾ ਨਾ, ਇਟ ਵਾਜ਼ ਰੀਅਲੀ ਟਫ ਐਂਡ ਆਈ ਥੈਂਕ ਗੋਡ ਕਿ ਮੈਂ ਕੈਨੇਡਾ ਪਹੁੰਚ ਗਿਆ, ਸਟੈਪ ਇਨ ਹੋ ਗਿਆ, ਚਾਹੇ ਕੰਡੀਸ਼ਨਸ ਨਾਲ ਹੈ, ਬਟ ਕੰਡੀਸ਼ਨਸ ਵੀ ਜੇ ਬਾਬਾ ਜੀ ਨੇ ਚਾਹਿਆ ਤਾਂ ਰਿਮੂਵ ਹੋ ਜਾਣਗੀਆਂ, ਕੋਈ ਖਾਸ ਗੱਲ ਨਹੀਂ। ਬਟ ਇਹੀ ਜੇ ਮੈਨੂੰ ਬਿਕੋਜ਼ ਆਫ ਐਨੀ ਰੀਜ਼ਨ ਜੇ ਇੰਡੀਆ ਵਾਪਸ ਭੇਜ ਦਿੰਦੇ ਤਾਂ ਬਹੁਤ ਔਖਾ ਹੋ ਜਾਣਾ ਸੀ, ਕਿਉਂਕਿ ਮੈਂ ਆਪਦਾ ਵੀਜ਼ਾ ਜਿਹੜਾ ਹੈਗਾ 1 ਸਾਲ ਦਾ ਆਲਰੇਡੀ ਵੇਸਟ ਕਰ ਚੁੱਕਿਆ ਸੀਗਾ।
2 ਸਾਲ ਦੀ ਮੇਰੀ ਸਟੱਡੀ ਸੀ, ਸਾਲ ਦਾ ਮੇਰਾ ਵੀਜ਼ਾ ਵੇਸਟ ਹੋ ਗਿਆ ਯੂਨੀਵਰਸਿਟੀ ਵਿੱਚ ਸੀਟ ਨਾ ਮਿਲਣ ਕਰਕੇ। ਹਾਲਾਂਕਿ ਐਡਮਿਸ਼ਨ ਦੇਤੀ ਬਟ ਕੋਰਸ ਰਜਿਸਟਰ ਨਹੀਂ ਹੋ ਰਹੇ ਸੀ ਮੇਰੇ, ਜਿਹਦੇ ਕਰਕੇ ਮੈਨੂੰ ਇਹ ਵਾਰੀ ਕਹਿ ਦਿੱਤਾ ਜਾਂਦਾ ਸੀ ਜਾਂ ਤਾਂ ਤੁਸੀਂ ਡੈਫਰ ਲਓ ਜਾਂ ਤੁਸੀਂ ਫੀਸ ਰਿਫੰਡ ਲਓ। ਇਸ ਚੱਕਰ 'ਚ ਮੈਂ 1 ਸਾਲ ਦਾ ਵੀਜ਼ਾ ਵੇਸਟ ਕਰ ਚੁੱਕਿਆ ਸੀ ਇੰਡੀਆ 'ਚ। ਸ਼ਾਇਦ ਇਹ ਵੀ ਫੈਕਟਰ ਹੋ ਸਕਦਾ ਕਿ ਮੇਰਾ ਇਹੋ ਜਿਹਾ ਐਕਸਪੀਰੀਅੰਸ ਰਿਹਾ ਉੱਥੇ। ਬਟ ਯਾਰ ਕੁਛ ਵੀ ਹੈ, ਠੀਕ ਹੈ, ਆਪਾਂ ਨੂੰ ਮੈਂਟਲੀ ਪ੍ਰੀਪੇਅਰ ਹੋਣਾ ਪੈਂਦਾ। ਵੀ ਹੈਵ ਨੋ ਚੋਇਸ। ਮੈਂਟਲੀ ਪ੍ਰੀਪੇਅਰ ਇਸ ਚੀਜ਼ ਨੂੰ ਹੋ, ਕੁਛ ਵੀ ਫੇਸ ਕਰਨਾ ਪੈ ਸਕਦਾ ਅਤੇ ਤੁਸੀਂ ਆਰਗੂਮੈਂਟਸ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਉਸ ਸਿਚੁਏਸ਼ਨ 'ਚ ਨਹੀਂ ਹੁੰਦੇ। ਤੁਹਾਡੇ ਅਗੇਂਸਟ ਕੁਛ ਵੀ ਉਹ ਸਮਝ ਸਕਦੇ ਹੈ, ਚਾਹੇ ਇੰਟੈਂਸ਼ਨ ਹੈ ਜਾਂ ਨਹੀਂ ਹੈ, ਉਹ ਮੈਟਰ ਨਹੀਂ ਕਰਦਾ 1% ਵੀ। ਬਸ ਇਹੀ ਸੀਗਾ ਜੀ ਅੱਜ ਦਾ ਵੀਡੀਓ। ਆਈ ਹੋਪ ਵੀਡੀਓ ਵਧੀਆ ਲੱਗਿਆ ਹੋਊ, ਇਨਫੋਰਮੇਟਿਵ ਹੋਊ, ਯੂਜ਼ਫੁਲ ਹੋਊ। ਜੇ ਵਧੀਆ ਲੱਗਿਆ ਹੋਵੇ ਇਹਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਜੀ ਅਗਲੇ ਵੀਡੀਓ ਦੇ ਵਿੱਚ। ਵੀਡੀਓ ਦੇਖਣ ਲਈ ਥੈਂਕ ਯੂ ਐਂਡ ਟੇਕ ਕੇਅਰ।